ਨਾਸਤਿਕਤਾ ਦਾ ਅਰਥ ਹੈ ਤੁਹਾਡੀਆਂ ਸ਼ਿਕਾਇਤਾਂ ਇੰਨੀਆਂ ਵੱਧ ਗਈਆਂ ਕਿ ਹੁਣ ਤੁਸੀਂ ਪਰਮਾਤਮਾ ਨੂੰ ਮੰਨ ਨਹੀਂ ਸਕਦੇ। ਤੁਸੀਂ ਆਪਣੀਆਂ ਸ਼ਿਕਾਇਤਾਂ ਦੇ ਕਾਰਨ ਪਰਮਾਤਮਾ ਦੀ ਹੱਤਿਆ ਕਰ ਦਿੰਦੇ ਹੋ। ਆਸਤਿਕਤਾ ਦਾ ਅਰਥ ਹੈ ਤੁਹਾਡਾ ਆਹੋ ਭਾਵ ਇੰਨਾ ਵੱਧ ਗਿਆ, ਤੁਹਾਡਾ ਧੰਨਵਾਦ ਇੰਨਾ ਵੱਧ ਗਿਆ, ਤੁਸੀਂ ਇੰਨੇ ਸ਼ੁਕਰਾਨੇ ਨਾਲ ਭਰ ਗਏ ਹੋ ਕਿ ਉਹ ਤੁਹਾਨੂੰ ਸਾਰੇ ਪਾਸੇ ਦਿਖਾਈ ਦੇਣ ਲੱਗਦਾ ਹੈ। ਹਰ ਪਾਸੇ ਉਹਦਾ ਹੱਥ, ਹਰ ਥਾਂ ਉਹਦੀ ਹੋਂਦ, ਹਰ ਥਾਂ ਉਸਦਾ ਅਹਿਸਾਸ ਹੋਣ ਲੱਗਦਾ ਹੈ। ਆਸਤਿਕਤਾ ਧੰਨਵਾਦ ਦੀ ਪਰਮ ਸਥਿਤੀ ਹੈ। ਨਾਸਤਿਕਤਾ ਸ਼ਿਕਾਇਤ ਦਾ ਆਖਰੀ ਰੂਪ ਹੈ। ਨਾਨਕ ਇਹ ਕਹਿ ਰਹੇ ਹਨ ਕਿ ਜਦ ਦਾਤਾ ਦੇ ਹੀ ਜਾਂਦਾ ਹੈ, ਲੈਣ ਵਾਲੇ ਲੈਂਦੇ ਲੈਂਦੇ ਥੱਕ ਜਾਂਦੇ ਹਨ, ਪਰ ਦਾਤਾ ਨਹੀਂ ਥੱਕਦਾ। ਜੁਗਾਂ ਜੁਗਾਂਤਰਾਂ ਤੋਂ ਜੀਵ ਉਸ ਦਾ ਭੋਗ ਕਰ ਰਹੇ ਹਨ, ਪਰ ਉਸ ਦਾ ਅੰਤ ਨਹੀਂ ਹੈ। ਤੁਸੀਂ ਉਸ ਨੂੰ ਕਿੰਨਾ ਹੀ ਭੋਗੋ, ਤੁਸੀਂ ਉਸ ਦਾ ਦੇਣ ਨਹੀਂ ਦੇ ਸਕੋਗੇ। ਤੁਹਾਡਾ ਭੋਗ ਇਹੋ ਜਿਹਾ ਹੈ ਜਿਵੇਂ ਕੋਈ ਚਮਚਾ ਲੈ ਕੇ ਸਮੁੰਦਰ ਦੇ ਕੰਢੇ ਬੈਠਾ ਹੋਵੇ, ਚਮਚੇ ਨਾਲ ਸਮੁੰਦਰ ਨੂੰ ਖਾਲੀ ਕਰ ਰਿਹਾ ਹੋਵੇ। ਇਹ ਵੀ ਹੋ ਸਕਦਾ ਹੈ ਕਦੇ ਨਾ ਕਦੇ ਉਹ ਸਮੁੰਦਰ ਨੂੰ ਖਾਲੀ ਕਰ ਲਵੇ, ਕਿਉਂਕਿ ਚਮਚੇ ਦੀ ਵੀ ਸੀਮਾ ਹੈ, ਸਮੁੰਦਰ ਦੀ ਵੀ ਸੀਮਾ ਹੈ। ਲੇਕਿਨ ਤੁਸੀਂ ਪਰਮਾਤਮਾ ਨੂੰ ਖਾਲੀ ਨਹੀਂ ਕਰ ਸਕੋਗੇ, ਕਿਉਂਕਿ ਉਹਦੀ ਕੋਈ ਸੀਮਾ ਨਹੀਂ ਹੈ। ਅਨੰਤ ਕਾਲ ਤੋਂ ਤੁਸੀਂ ਭੋਗ ਰਹੇ ਹੋ, ਅਨੇਕ ਰੂਪਾਂ ਵਿੱਚ ਤੁਸੀਂ ਭੋਗਦੇ ਹੋ। ਤੁਹਾਡੇ ਹਿਰਦੇ ਵਿੱਚੋਂ ਧੰਨਵਾਦ ਦੀ ਆਵਾਜ਼ ਨਹੀਂ ਉੱਠੀ। ਤੁਸੀਂ ਇੱਕ ਵਾਰੀ ਵੀ ਆਕਾਸ਼ ਵੱਲ ਅੱਖ ਚੁੱਕ ਕੇ ਨਹੀਂ ਕਿਹਾ ਕਿ ਮੈਂ ਧੰਨ ਭਾਗੀ ਹਾਂ, ਤੂੰ ਜੋ ਦਿੰਦਾ ਹੈ ਉਹ ਬਹੁਤ ਜ਼ਿਆਦਾ ਹੈ। ਜਦ ਵੀ ਤੁਸੀਂ ਉਸ ਦੇ ਕੋਲ ਗਏ, ਸ਼ਿਕਾਇਤ ਲੈ ਕੇ ਹੀ ਗਏ। ਜਦ ਵੀ ਤੁਸੀਂ ਕੁਝ ਕਿਹਾ, ਨਾਰਾਜ਼ਗੀ ਜ਼ਾਹਿਰ ਕੀਤੀ। ਜਦ ਵੀ ਤੁਸੀਂ ਗਏ, ਇਹੀ ਕਿਹਾ ਤੁਹਾਡੀ ਯੋਗਤਾ ਤਾਂ ਬਹੁਤੀ ਹੈ, ਪਰ ਮਿਲਿਆ ਘੱਟ ਹੈ। ਕੁਝ ਦਿਨ ਹੋਏ, ਇੱਕ ਵੱਡਾ ਆਫਿਸਰ ਦਿੱਲੀ ਤੋਂ ਮੈਨੂੰ ਮਿਲਣ ਆਇਆ। ਵੱਡੀ ਤੋਂ ਵੱਡੀ ਉਪਾਧੀ ਉੱਤੇ ਹੈ, ਲੇਕਿਨ ਜਿੰਨੀ ਵੱਡੀ ਪਦਵੀ ਤੇ ਉਪਾਧੀ ਹੋਵੇ ਓਨੀਆਂ ਹੀ ਸ਼ਿਕਾਇਤਾਂ ਵੱਧ ਜਾਂਦੀਆਂ ਨੇ, ਕਿਉਂਕਿ ਉਹ ਸੋਚਦੇ ਹਨ ਉਹਨਾਂ ਨੂੰ ਮੰਤਰੀ ਹੋਣਾ ਚਾਹੀਦਾ ਹੈ, ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ। ਉਹ ਮੈਨੂੰ ਕਹਿਣ ਲੱਗੇ, ਹੋਰ ਤਾਂ ਸਭ ਠੀਕ ਹੈ, ਕੋਈ ਰਾਹ ਦੱਸੋ ਜਿਸ ਨਾਲ ਮੇਰੇ ਜੀਵਨ ਵਿੱਚ ਜਿਹੜਾ ਅਨਿਆਏ ਹੋਇਆ ਉਸ ਨੂੰ ਮੈਂ ਸਹਿਣ ਵਿੱਚ ਸਮਰੱਥ ਹੋ ਜਾਵਾਂ। ਅਨਿਆਏ ਕੀ ਹੋਇਆ? ਅਨਿਆਏ ਇਹ ਹੋਇਆ ਜੋ ਮੈਨੂੰ ਮਿਲਣਾ ਚਾਹੀਦਾ ਉਹ ਨਹੀਂ ਮਿਲਿਆ। ਜਿਸ ਪਦਵੀ ਦੇ ਉਪਾਧੀ ਦੇ ਮੈਂ ਲਾਇਕ ਹਾਂ, ਉਸ ਤੋਂ ਨੀਵਾਂ ਰਹਿ ਗਿਆ। ਸਾਰਿਆਂ ਨੂੰ ਹੀ ਅਜਿਹਾ ਲੱਗਦਾ ਹੈ। ਇਸ ਲਈ ਹਰ ਆਦਮੀ ਇਸ ਦੁੱਖ ਵਿੱਚ ਜਿਉਂਦਾ ਹੈ ਕਿ ਜੋ ਮੈਨੂੰ ਮਿਲਣਾ ਚਾਹੀਦਾ ਉਹ ਨਹੀਂ ਮਿਲਿਆ। ਮੈਂ ਲਾਇਕ ਤਾਂ ਸੀ ਵਾਈਸ ਚਾਂਸਲਰ ਹੋਣ ਦੇ, ਪਿੰਡ ਦੇ ਇੱਕ ਸਕੂਲ ਵਿੱਚ ਮਾਸਟਰ ਹੋ ਗਿਆ। ਲਾਇਕ ਤਾਂ ਸੀ ਮੈਂ ਮਾਲਕ ਹੋ ਜਾਂਦਾ ਪੂਰੀ ਬਿਲਡਿੰਗ ਦਾ, ਪਰ ਬਣ ਚਪੜਾਸੀ ਗਿਆ। ਇਹ ਸਥਿਤੀ ਸਦਾ ਬਣੀ ਰਹਿੰਦੀ ਹੈ। ਇਸੇ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜਿਹੜਾ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਉਹ ਵੀ ਇਹ ਸੋਚ ਰਿਹਾ ਕਿ ਹੁਣ ਮੇਰੀ ਯੋਗਤਾ ਤਾਂ ਇਸ ਤੋਂ ਵੱਡਾ ਹੋਣ ਦੀ ਸੀ, ਲੇਕਿਨ ਹੁਣ ਵਿਸਤਾਰ ਦਾ ਕੋਈ ਉਪਾਅ ਵਿਖਾਈ ਨਹੀਂ ਦਿੰਦਾ। ਮੈਂ ਸਾਰੀ ਦੁਨੀਆ ਦਾ ਮਾਲਕ ਕਿਵੇਂ ਹੋ ਜਾਵਾਂ? ਪ੍ਰਧਾਨ ਮੰਤਰੀ ਇਹ ਸੋਚਦਾ ਹੈ। ਤੁਸੀਂ ਸਿਕੰਦਰਾਂ ਨੂੰ ਤ੍ਰਿਪਤ ਨਹੀਂ ਕਰ ਸਕਦੇ। ਸਾਰੇ ਹੀ ਇੱਥੇ ਸਿਕੰਦਰ ਨੇ, ਛੋਟੇ ਮੋਟੇ ਵੱਡੇ, ਲੇਕਿਨ ਸਿਕੰਦਰ ਹਨ। ਸਾਰਿਆਂ ਦੀ ਹੀ ਵੱਡੀ ਖਵਾਇਸ਼ ਹੈ। ਖਵਾਇਸ਼ਾਂ ਤੋਂ ਹੱਥੋਂ ਵੀ ਅੱਗੇ ਜਾਂਦੀਆਂ ਨੇ। ਤੁਸੀਂ ਹਮੇਸ਼ਾ ਪਿੱਛੇ ਰਹਿ ਜਾਂਦੇ ਹੋ। ਲਿਆਕਤ ਤੁਹਾਨੂੰ ਸਦਾ ਬਹੁਤ ਮਾਲੂਮ ਬਣਾਉਂਦੀ ਹੈ। ਇਹ ਅਧਾਰਮਿਕ ਆਦਮੀ ਦਾ ਲੱਛਣ ਹੈ। ਧਾਰਮਿਕ ਆਦਮੀ ਦਾ ਲੱਛਣ ਇਹ ਹੈ ਜੋ ਮਿਲ ਜਾਏ ਉਹ ਮੇਰੀ ਲਿਆਕਤ ਤੋਂ ਬਹੁਤਾ ਜ਼ਿਆਦਾ ਹੈ। ਥੋੜ੍ਹਾ ਸੋਚੋ, ਦੇਖੋ, ਜੋ ਤੁਹਾਨੂੰ ਮਿਲਿਆ ਹੈ ਤੁਹਾਡੀ ਲਿਆਕਤ ਨਾਲੋਂ ਬਹੁਤ ਹੈ ਜਾਂ ਘੱਟ ਹੈ? ਉਹ ਸਦਾ ਬਹੁਤਾ ਹੈ, ਉਹ ਹਮੇਸ਼ਾ ਹੀ ਜ਼ਿਆਦਾ ਹੈ, ਕਿਉਂਕਿ ਕੁਝ ਵੀ ਅਰਜਿਤ ਨਹੀਂ ਕੀਤਾ ਜਾ ਸਕਦਾ। ਅਸੀਂ ਕੁਝ ਵੀ ਅਰਜਿਤ ਨਹੀਂ ਕੀਤਾ ਹੈ। ਇਹ ਵਿਰਾਟ ਜੀਵਨ ਸਾਨੂੰ ਐਵੇਂ ਹੀ ਦਾਨ ਵਿੱਚ ਮਿਲਿਆ ਹੈ। ਅਸੀਂ ਮੰਗਿਆ ਵੀ ਨਹੀਂ ਸੀ,
ਬਿਨਾਂ ਮੰਗੇ ਮਿਲਿਆ, ਫਿਰ ਵੀ ਆਹੋ ਭਾਵ ਪੈਦਾ ਨਹੀਂ ਹੁੰਦਾ। ਨਾਨਕ ਕਹਿ ਰਹੇ ਨੇ ਉਸ ਨੂੰ ਜੁੱਗਾ ਜੁੱਗਾ ਤੱਕ ਭੋਗ ਕੇ ਵੀ ਅਸੀਂ ਚੁਕਾ ਨਹੀਂ ਪਾਉਂਦੇ, ਉਹਦਾ ਦੇਣ ਨਹੀਂ ਦੇ ਪਾਉਂਦੇ। ਉਹ ਹੁਕਮੀ ਹੁਕਮ ਨਾਲ ਮਾਰਗ ਦਰਸ਼ਨ ਕਰਦਾ ਹੈ। ਇਹ ਬਹੁਤ ਗਹਿਰੀ ਚਾਬੀ ਹੈ। ਨਾਨਕ ਦੇ ਵਿਚਾਰ ਦਾ ਵੱਡਾ ਮਹੱਤਵਪੂਰਨ ਹਿੱਸਾ ਇਸੇ ਦੇ ਵਿੱਚ ਲੁਕਿਆ। ਉਹ ਇਹ ਹੈ, ਹੁਕਮੀ ਹੁਕਮ ਚਲਾਏ ਰਾਹ। ਉਹ ਹੁਕਮ ਨਾਲ ਹੀ ਦੁਨੀਆ ਨੂੰ ਚਲਾ ਰਿਹਾ ਹੈ, ਸਦਾ ਤੁਹਾਨੂੰ ਹੁਕਮ ਦਿੰਦਾ ਹੈ। ਜੇਕਰ ਤੁਹਾਡੇ ਕੋਲ ਥੋੜ੍ਹੀ ਵੀ ਸੁਣਨ ਦੀ ਸਮਝ ਹੋਵੇ ਤਾਂ ਤੁਸੀਂ ਉਸ ਦੇ ਹੁਕਮ ਨੂੰ ਸਮਝ ਸਕਦੇ ਹੋ, ਉਸ ਦੇ ਅਨੁਸਾਰ ਚੱਲ ਸਕਦੇ ਹੋ। ਤੁਸੀਂ ਸੁਣਦੇ ਹੀ ਨਹੀਂ ਹੋ। ਤੁਸੀਂ ਚੋਰੀ ਕਰਨ ਜਾਂਦੇ ਹੋ, ਅੰਦਰੋਂ ਕਹਿੰਦਾ ਨਾ ਕਰੋ। ਇੱਕ ਵਾਰ ਕਹਿੰਦਾ, 2 ਵਾਰ ਕਹਿੰਦਾ, 1000 ਵਾਰ ਕਹਿੰਦਾ, ਤੁਸੀਂ ਜਾਈ ਜਾਂਦੇ ਹੋ, ਤੁਸੀਂ ਕਰਦੇ ਹੀ ਜਾਂਦੇ ਹੋ। ਫਿਰ ਉਹ ਹੌਲੀ ਹੌਲੀ ਆਵਾਜ਼ ਮੱਧਮ ਹੁੰਦੀ ਜਾਂਦੀ ਹੈ, ਤੁਸੀਂ ਬੋਲੇ ਹੋ ਜਾਂਦੇ ਹੋ, ਫਿਰ ਤੁਹਾਨੂੰ ਉਹ ਸੁਣਾਈ ਵੀ ਨਹੀਂ ਦਿੰਦੀ ਹੈ, ਫਿਰ ਵੀ ਉਹ ਆਵਾਜ਼ ਦੇ ਹੀ ਜਾਂਦਾ ਹੈ। ਤੁਸੀਂ ਅਜਿਹਾ ਪਾਪੀ ਨਹੀਂ ਲੱਭ ਸਕੋਗੇ ਜਿਸ ਦੇ ਅੰਦਰ ਆਵਾਜ਼ ਖੋ ਗਈ ਹੋਵੇ, ਹੁਕਮ ਗਵਾਚ ਗਿਆ ਹੋਵੇ। ਤੁਸੀਂ ਅਜਿਹਾ ਬੁਰਾ ਆਦਮੀ ਵੀ ਨਹੀਂ ਲੱਭ ਸਕੋਗੇ ਜਿਸ ਨੂੰ ਅਜੇ ਵੀ ਆਵਾਜ਼ ਨਾ ਦੇ ਰਿਹਾ ਹੋਵੇ। ਉਹ ਕਦੇ ਥੱਕਦਾ ਨਹੀਂ, ਨਿਰਾਸ਼ ਨਹੀਂ ਹੁੰਦਾ। ਤੁਸੀਂ ਕਿੰਨਾ ਹੀ ਬੁਰਾ ਕਰੋ, ਪਰਮਾਤਮਾ ਤੁਹਾਡੇ ਤੋਂ ਨਿਰਾਸ਼ ਨਹੀਂ ਹੁੰਦਾ। ਹੋਰ ਉਹ ਤੁਹਾਨੂੰ ਕਦੇ ਵੀ ਇਸ ਹਾਲਤ ਵਿੱਚ ਨਹੀਂ ਮੰਨਦਾ ਕਿ ਹੁਣ ਕੁਝ ਵੀ ਨਹੀਂ ਹੋ ਸਕਦਾ। ਤੁਸੀਂ ਕਦੇ ਵੀ ਉਸ ਦੇ ਲਈ ਲਾਇਲਾਜ ਨਹੀਂ ਹੋ। ਤੁਹਾਡਾ ਰੋਗ ਕਿੰਨਾ ਹੀ ਵੱਧ ਜਾਏ, ਉਸ ਦਾ ਇਲਾਜ ਸੰਭਵ ਹੈ। ਪਰਮਾਤਮਾ ਦੀ ਅਨੰਤ ਆਸ਼ਾ, ਅਨੰਤ ਸੁਭਾਵਨਾ ਹੈ। ਉਹ ਤੁਹਾਡੇ ਤੋਂ ਨਿਰਾਸ਼ ਨਹੀਂ ਹੁੰਦਾ। ਅਜਿਹਾ ਹੋਇਆ, ਇੱਕ ਸੂਫੀ ਫਕੀਰ ਹੋਇਆ, ਵਾਇਜੀਦ। ਉਸ ਦੇ ਗੁਆਂਢ ਵਿੱਚ ਇੱਕ ਆਦਮੀ ਸੀ ਜਿਹੜਾ ਬਹੁਤ ਬੁਰਾ ਆਦਮੀ ਸੀ, ਲੁਟੇਰਾ, ਚੋਰ, ਬੇਈਮਾਨ, ਦਗਾਬਾਜ਼, ਹਥਿਆਰਾ, ਸਭ ਤਰ੍ਹਾਂ ਦੇ ਪਾਪ ਉਹਨੇ ਕੀਤੇ ਸੀ। ਪੂਰਾ ਪਿੰਡ ਉਸ ਤੋਂ ਭੈਭੀਤ ਸੀ। ਇੱਕ ਦਿਨ ਬਾਈਜੀਤ ਨੇ ਪ੍ਰਾਰਥਨਾ ਕੀਤੀ, ਪਰਮਾਤਮਾ ਨੂੰ ਕਿਹਾ, ਮੈਂ ਤੇਥੋਂ ਕੁਝ ਨਹੀਂ ਮੰਗਦਾ, ਕਦੇ ਕੁਝ ਨਹੀਂ ਮੰਗਿਆ, ਲੇਕਿਨ ਇਹ ਆਦਮੀ ਹੁਣ ਬਹੁਤ ਜ਼ਿਆਦਾ ਉਪਦਰਵ ਕਰ ਰਿਹਾ ਹੈ, ਇਸ ਆਦਮੀ ਨੂੰ ਹਟਾ ਲੈ। ਤਾਂ ਬਾਈਜੀਤ ਨੇ ਆਪਣੇ ਅੰਦਰੋਂ ਆਵਾਜ਼ ਸੁਣੀ ਕਿ ਮੈਂ ਉਸ ਦੇ ਕੋਲੋਂ ਨਹੀਂ ਥੱਕਿਆ ਤਾਂ ਤੂੰ ਉਸ ਤੋਂ ਕਿਉਂ ਥੱਕਿਆ ਹੈ? ਮੈਨੂੰ ਜਦ ਹੁਣ ਵੀ ਉਸ ਉੱਤੇ ਭਰੋਸਾ ਹੈ ਤਾਂ ਤੂੰ ਵੀ ਉਸ 'ਤੇ ਭਰੋਸਾ ਰੱਖ। ਕਿੰਨੇ ਹੀ ਪਾਪ ਤੁਸੀਂ ਕੀਤੇ ਹੋਣ, ਕਿੰਨੇ ਹੀ ਜਨਮਾਂ ਤੱਕ ਪਰਮਾਤਮਾ ਨੂੰ ਤੁਸੀਂ ਥਕਾ ਨਹੀਂ ਸਕਦੇ। ਨਾ ਭੋਗ ਨਾਲ ਚੁਕਾ ਸਕਦੇ ਹੋ, ਨਾ ਪਾਪਾਂ ਨਾਲ ਥਕਾ ਸਕਦੇ ਹੋ। ਉਹ ਹੁਣ ਵੀ ਆਵਾਜ਼ ਦੇਈ ਜਾਂਦਾ ਹੈ, ਉਹ ਕਦੇ ਨਿਰਾਸ਼ ਨਹੀਂ ਹੁੰਦਾ। ਜੇਕਰ ਤੁਸੀਂ ਜਰਾ ਸ਼ਾਂਤ ਹੋ ਕੇ ਸੁਣੋ, ਉਸ ਦੀ ਮੱਧਮ ਆਵਾਜ਼ ਤੁਹਾਨੂੰ ਸੁਣਾਈ ਦੇਵੇਗੀ। ਜਦ ਵੀ ਤੁਸੀਂ ਕੁਝ ਕਰਦੇ ਹੋ, ਉਹ ਆਵਾਜ਼ ਤੁਹਾਨੂੰ ਦੇ ਰਿਹਾ ਹੈ, ਉਹ ਆਵਾਜ਼ ਤੁਹਾਨੂੰ ਦੱਸਦੀ ਹੈ। ਨਾਨਕ ਕਹਿੰਦੇ ਹਨ, ਉਹ ਹੁਕਮੀ ਹੁਕਮ ਨਾਲ ਮਾਰਗ ਦਰਸ਼ਨ ਕਰਦਾ ਹੈ। ਇਸ ਲਈ ਤਾਂ ਉਹ ਉਸ ਨੂੰ ਹੁਕਮੀ ਹੁਕਮ ਕਹਿ ਰਹੇ ਹਨ, ਕਿਉਂਕਿ ਉਸ ਦਾ ਹੁਕਮ ਆਉਂਦਾ ਹੈ। ਤੁਹਾਡੇ ਹਿਰਦੇ ਵਿੱਚ ਦੱਬਿਆ ਹੋਇਆ ਜਿਹੜਾ ਅੰਤ ਕਰਨ ਹੈ, ਉਹ ਉਸ ਦੀ ਆਵਾਜ਼ ਦਾ ਜੰਤਰ ਹੈ, ਉੱਥੋਂ ਉਹ ਬੋਲਦਾ ਹੈ। ਕੁਝ ਵੀ ਕਰਨ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਪਹਿਲਾਂ ਉਸ ਦੀ ਆਵਾਜ਼ ਸੁਣ ਲੈਣਾ। ਜੇਕਰ ਤੁਸੀਂ ਉਸ ਦੀ ਆਵਾਜ਼ ਦੇ ਅਨੁਸਾਰ ਚੱਲੇ ਤਾਂ ਤੁਹਾਡੇ ਜੀਵਨ ਵਿੱਚ ਆਨੰਦ ਦੀ ਵਰਖਾ ਹੋ ਜਾਏਗੀ। ਜੇਕਰ ਤੁਸੀਂ ਉਸ ਦੇ ਉਲਟ ਚੱਲੇ ਤਾਂ ਤੁਸੀਂ ਨਰਕ ਆਪਣੇ ਹੱਥੀਂ ਉਸਾਰ ਲਓਗੇ। ਜੇਕਰ ਤੁਸੀਂ ਆਵਾਜ਼ ਨਾ ਸੁਣੀ ਤੇ ਪਿੱਠ ਕਰ ਲਈ, ਤੁਹਾਡਾ ਵੱਡਾ ਖਤਰਨਾਕ ਕਦਮ ਚੁੱਕਿਆ ਜਾਏਗਾ। ਕੁਝ ਵੀ ਕਰਨ ਤੋਂ ਪਹਿਲਾਂ ਤੇ ਕੁਝ ਵੀ ਨਿਰਣਾ ਲੈਣ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਉਸ ਦੇ ਕੋਲੋਂ ਜ਼ਰੂਰ ਪੁੱਛ ਲੈਣਾ। ਇਹੀ ਤਾਂ ਸਾਰੇ ਧਿਆਨ ਦਾ ਸੂਤਰ ਹੈ। ਪਹਿਲਾਂ ਅਸੀਂ ਪੁੱਛਾਂਗੇ, ਪਹਿਲਾਂ ਅਸੀਂ ਹੁਕਮ ਲਵਾਂਗੇ, ਫਿਰ ਚੱਲਾਂਗੇ। ਇੱਕ ਵੀ ਕਦਮ ਅਸੀਂ ਬਿਨਾਂ ਹੁਕਮ ਤੋਂ ਨਹੀਂ ਪੁੱਟਾਂਗੇ। ਅੱਖਾਂ ਬੰਦ ਕਰਕੇ ਉਹਦੀ ਆਵਾਜ਼ ਪਹਿਲਾਂ ਸੁਣ ਲਵਾਂਗੇ। ਅਸੀਂ ਆਪਣੀ ਆਵਾਜ਼ ਨਾਲ ਨਹੀਂ ਤੁਰਾਂਗੇ, ਉਹਦੀ ਆਵਾਜ਼ ਨਾਲ ਹੀ ਤੁਰਾਂਗੇ। ਹੋਰ ਇੱਕ ਵਾਰ ਤੁਹਾਨੂੰ ਇਹ ਕੁੰਜੀ ਮਿਲ ਜਾਏ,
ਤਾਂ ਇਹ ਕੁੰਜੀ ਅਨੰਤ ਦੁਆਰ ਖੋਲ੍ਹ ਦਿੰਦੀ ਹੈ। ਇਹ ਕੁੰਜੀ ਤੁਹਾਡੇ ਅੰਦਰ ਹੈ, ਹਰ ਬੱਚਾ ਲੈ ਕੇ ਆਉਂਦਾ ਹੈ, ਪਰ ਬੁੱਧੀ ਦਾ ਅਸੀਂ ਵਿਕਾਸ ਕਰਵਾਉਂਦੇ ਇਸ ਨੂੰ ਖੋ ਦਿੰਦੇ ਹਾਂ। ਅੰਤ ਕਰੇਨ ਦਾ ਕੋਈ ਵਿਕਾਸ ਨਹੀਂ ਹੋ ਪਾਉਂਦਾ। ਕੌਨਸ਼ੀਅਸ ਅੰਤਕਰਨ ਅਧੂਰਾ ਰਹਿ ਜਾਂਦਾ, ਅਵਿਕਸਿਤ ਰਹਿ ਜਾਂਦਾ। ਉਸ ਦੇ ਉੱਪਰ ਅਸੀਂ ਬੁੱਧੀ ਦੇ ਇੰਨੇ ਵਿਚਾਰ ਥੋਪ ਦਿੰਦੇ ਹਾਂ, ਇੰਨੀ ਮੋਟੀ ਪਰਤ ਚੜ੍ਹਾ ਦਿੰਦੇ ਆ, ਆਵਾਜ਼ ਗੂੰਜਦੀ ਵੀ ਰਹੇ ਤਾਂ ਵੀ ਤੁਹਾਨੂੰ ਪਤਾ ਨਹੀਂ ਲੱਗਦਾ। ਅੰਦਰ ਦੀ ਇਸ ਆਵਾਜ਼ ਨੂੰ ਸੁਣਨ ਦੀ ਕਲਾ ਹੀ ਧਿਆਨ ਹੈ। ਉਸ ਦੇ ਹੁਕਮ ਦਾ ਪਤਾ ਲਾਉਣਾ ਜ਼ਰੂਰੀ ਹੈ। ਉਹ ਕੀ ਚਾਹੁੰਦਾ ਹੈ, ਉਹਦੀ ਕੀ ਮਰਜ਼ੀ ਹੈ। ਉਹ ਹੁਕਮੀ ਹੁਕਮ ਨਾਲ ਮਾਰਗ ਦਰਸ਼ਨ ਕਰਦਾ ਹੈ। ਨਾਨਕ ਕਹਿੰਦੇ ਹਨ, ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਕਸੈ ਬੇਪਰਵਾਹ। ਨਾਨਕ ਕਹਿੰਦੇ ਹਨ, ਉਹ ਬੇਪਰਵਾਹ ਹੈ, ਆਨੰਦਿਤ ਹੈ। ਇੱਕ ਤਾਂ ਪ੍ਰਵਾਹ ਦਾ ਅਰਥ ਹੁੰਦਾ ਹੈ ਚਿੰਤਾ, ਉਹ ਤੁਹਾਨੂੰ ਦਿਖਾਈ ਦੇ ਜਾਂਦੀ ਹੈ। ਉਹ ਤੁਹਾਨੂੰ ਦੇ ਹੀ ਜਾਂਦਾ ਹੈ, ਦੇ ਕੇ ਕੋਈ ਉਮੀਦ ਨਹੀਂ ਕਰਦਾ, ਕੋਈ ਜਵਾਬ ਨਹੀਂ ਚਾਹੁੰਦਾ, ਆਵਾਜ਼ ਦੇ ਹੀ ਜਾਂਦਾ ਹੈ। ਤੁਸੀਂ ਸੁਣੋ ਜਾਂ ਨਾ ਸੁਣੋ, ਦੇ ਹੀ ਜਾਂਦਾ ਹੈ। ਪਰਵਾਹ ਨਹੀਂ ਕਰਦਾ ਇਸ ਗੱਲ ਦੀ ਕਿ ਤੁਸੀਂ ਨਹੀਂ ਸੁਣ ਰਹੇ ਹੋ, ਬੰਦ ਕਰੋ, ਬਹੁਤ ਹੋ ਗਿਆ, ਇਸ ਆਦਮੀ ਨੂੰ ਹਟਾ ਲਓ। ਉਹ ਨਹੀਂ ਚਾਹੁੰਦਾ ਹਟਾਉਣਾ ਤੁਹਾਨੂੰ। ਪਰਮਾਤਮਾ ਨੂੰ ਤੁਸੀਂ ਚਿੰਤਾ ਵਿੱਚ ਨਹੀਂ ਪਾ ਸਕਦੇ। ਇਸ ਲਈ ਜਿਸ ਮਨੁੱਖ ਨੂੰ ਪਰਮਾਤਮਾ ਦੀ ਪ੍ਰਤੀਤੀ ਹੋਣ ਲੱਗਦੀ ਹੈ, ਤੁਸੀਂ ਉਸ ਨੂੰ ਵੀ ਚਿੰਤਾ ਵਿੱਚ ਨਹੀਂ ਰੱਖ ਸਕਦੇ। ਉਹ ਤੁਹਾਡੀ ਪਰਵਾਹ ਵੀ ਕਰੇਗਾ, ਬੇਪਰਵਾਹ ਵੀ ਹੋਏਗਾ। ਤੁਸੀਂ ਉਸ ਨੂੰ ਚਿੰਤਾ ਵਿੱਚ ਨਹੀਂ ਪਾ ਸਕਦੇ, ਕਿਸੇ ਹਿਸਾਬ ਨਾਲ ਚਿੰਤਾ ਵਿੱਚ ਨਹੀਂ ਪਾ ਸਕਦੇ। ਇੱਧਰ ਮੈਂ ਆ, ਪਤਾ ਨਹੀਂ ਕਿੰਨਿਆਂ ਲੋਕਾਂ ਦੀ ਪਰਵਾਹ ਕਰਦਾ, ਫਿਰ ਵੀ ਬੇਪਰਵਾਹ। ਤੁਸੀਂ ਆਉਂਦੇ ਹੋ ਆਪਣਾ ਦੁੱਖ ਲੈ ਕੇ, ਮੈਂ ਪੂਰੀ ਪਰਵਾਹ ਕਰਦਾ, ਲੇਕਿਨ ਉਸ ਦੇ ਨਾਲ ਤੁਸੀਂ ਮੈਨੂੰ ਚਿੰਤਿਤ ਨਹੀਂ ਕਰ ਦਿੰਦੇ। ਤੁਹਾਡੇ ਦੁੱਖ ਨਾਲ ਮੈਂ ਦੁਖੀ ਨਹੀਂ ਹੋ ਜਾਂਦਾ, ਕਿਉਂਕਿ ਜੇਕਰ ਮੈਂ ਤੁਹਾਡੇ ਦੁੱਖ ਨਾਲ ਦੁਖੀ ਹੋ ਜਾਵਾਂ ਤਾਂ ਫਿਰ ਮੈਂ ਤੁਹਾਡਾ ਸਾਥ ਨਹੀਂ ਦੇ ਸਕਾਂਗਾ। ਜ਼ਰੂਰੀ ਹੈ ਮੈਂ ਤੁਹਾਡੇ ਦੁੱਖ ਨੂੰ ਹਮਦਰਦੀ ਨਾਲ ਸਮਝਾਂ, ਤੁਹਾਡੇ ਦੁੱਖ ਵਾਸਤੇ ਉਪਾਏ ਕਰਾਂ, ਉਪਾਏ ਸੋਚਾਂ, ਲੇਕਿਨ ਪਰਵਾਹ ਮੈਨੂੰ ਪੈਦਾ ਨਾ ਹੋਵੇ, ਤੁਹਾਡੀ ਚਿੰਤਾ ਮੈਨੂੰ ਫੜੇ ਨਾ। ਇਹ ਵੀ ਜ਼ਰੂਰੀ ਹੈ। ਕੱਲ੍ਹ ਜੋ ਮੈਂ ਤੁਹਾਨੂੰ ਦੱਸਿਆ ਸੀ ਉਹ ਨਾ ਕਰਕੇ ਆਓ ਤਾਂ ਮੇਰੇ ਵਿੱਚ ਨਾਰਾਜ਼ਗੀ ਨਾ ਆਵੇ। ਮੈਂ ਇੰਨੀ ਪਰਵਾਹ ਕੀਤੀ, ਤੁਸੀਂ ਨਹੀਂ ਕੀਤਾ। ਤੁਸੀਂ ਜਦ ਕੱਲ੍ਹ ਆਓ ਬਿਨਾਂ ਕੀਤੇ, ਆਓਗੇ ਤਾਂ ਬਿਨਾਂ ਕੀਤੇ, ਤਾਂ ਫਿਰ ਤੁਹਾਡੀ ਪਰਵਾਹ ਕਰਾਂ ਲੇਕਿਨ ਬੇਪਰਵਾਹ ਰਹਾਂ। ਪਰਮਾਤਮਾ ਨੂੰ ਸਾਰੇ ਸੰਸਾਰ ਦੀ ਪਰਵਾਹ ਹੈ ਅਤੇ ਉਹ ਬੇਪਰਵਾਹ ਵੀ ਹੈ। ਉਹ ਸਦਾ ਰਾਜ਼ੀ ਹੈ ਤੁਹਾਨੂੰ ਉਠਾਉਣ 'ਚ, ਲੇਕਿਨ ਕਿਸੇ ਕਾਹਲੀ ਵਿੱਚ ਨਹੀਂ ਹੈ। ਤੁਸੀਂ ਜੇਕਰ ਸੋਚਦੇ ਹੋ ਕੁਝ ਦੇਰ ਭਟਕਣ ਦਾ ਮਜ਼ਾ ਲੈ ਲੈਣਾ ਤਾਂ ਉਹ ਬੇਪਰਵਾਹ ਹੈ। ਉਹਦੀ ਪਰਵਾਹ ਦਾ ਅੰਤ ਨਹੀਂ ਹੈ, ਲੇਕਿਨ ਉਸ ਦੀ ਪਰਵਾਹ ਬੇਲੋਗ ਹੈ। ਉਸ ਦੇ ਲਈ ਤਾਂ ਉਹ ਆਨੰਦ ਵਿੱਚ ਹੈ, ਨਹੀਂ ਤਾਂ ਉਹ ਹੁਣ ਤੱਕ ਕਿਹੜੀ ਹਾਲਤ ਵਿੱਚ ਹੋ ਜਾਂਦਾ, ਉਹ ਪਰਮਾਤਮਾ ਕਿਹੜੀ ਹਾਲਤ ਵਿੱਚ ਹੋ ਜਾਂਦਾ ਜੇ ਉਹ ਤੁਹਾਡੀ ਪਰਵਾਹ ਕਰਕੇ ਖੁਦ ਆਪਣੀ ਹਾਲਤ ਖਰਾਬ ਕਰ ਲੈਂਦਾ। ਉਹ ਤੁਹਾਡੀ ਪਰਵਾਹ ਕਰਕੇ ਵੀ ਬੇਪਰਵਾਹ ਹੈ। ਤੁਸੀਂ ਸੋਚੋ, ਤੁਹਾਡੇ ਵਰਗੇ ਕਿੰਨੇ ਲੋਕੀ, ਕਿੰਨੇ ਤਰ੍ਹਾਂ ਦੇ ਉਪਦਰਵ, ਪਰਮਾਤਮਾ ਇੱਕ ਹੈ, ਤੁਸੀਂ ਅਨੇਕ ਹੋ। ਤੁਸੀਂ ਉਸ ਨੂੰ ਕਦੋਂ ਤੱਕ ਪਾਗਲ ਕਰ ਦਿੰਦੇ। ਬੇਪਰਵਾਹ ਹੋਵੇ ਤਾਂ ਹੀ ਪਾਗਲ ਹੋਣ ਤੋਂ ਬਚ ਸਕਦਾ ਹੈ ਬੰਦਾ, ਲੇਕਿਨ ਬੇਪਰਵਾਹ ਦਾ ਅਰਥ ਇਹ ਨਹੀਂ ਕਿ ਬੇਪਰਵਾਹੀ ਨਹੀਂ। ਇਹ ਬਹੁਤ ਬਰੀਕ ਹੈ। ਤੁਹਾਡੇ ਲਈ ਪੂਰੀ ਦੀ ਪੂਰੀ ਕੋਸ਼ਿਸ਼ ਹੈ ਤੁਹਾਨੂੰ ਬਦਲਣ ਦੀ, ਰੂਪਾਂਤਰਿਤ ਕਰਨ ਦੀ, ਉਠਾਉਣ ਦਾ ਪੂਰਾ ਭਾਵ ਹੈ, ਪਰ ਭਾਵ ਜ਼ਬਰਦਸਤੀ ਤੋਂ ਬਿਨਾਂ ਹੈ। ਉਹ ਜ਼ਬਰਦਸਤੀ ਨਹੀਂ ਕਰੇਗਾ, ਉਹ ਇੰਤਜ਼ਾਮ ਕਰੇਗਾ। ਐਵੇਂ ਹੀ ਜਿਵੇਂ ਸੂਰਜ ਤੁਹਾਡੇ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ, ਕਿਰਨਾਂ ਤੁਹਾਡੇ ਦਰਵਾਜ਼ੇ 'ਤੇ ਦਸਤਕ ਦੇ ਰਹੀਆਂ ਨੇ। ਤੁਸੀਂ ਦਰਵਾਜ਼ਾ ਬੰਦ ਕਰਕੇ ਅੰਦਰ ਬੈਠੇ ਹੋ ਤਾਂ ਸੂਰਜ ਜ਼ਬਰਦਸਤੀ ਨਹੀਂ ਵੜੇਗਾ, ਰੁਕੇਗਾ। ਐਵੇਂ ਵੀ ਨਹੀਂ ਕਿ ਨਾਰਾਜ਼ ਹੋ ਕੇ ਮੁੜ ਜਾਏ ਕਿ ਇਸ ਆਦਮੀ ਦਾ ਦਰਵਾਜ਼ਾ ਬੰਦ ਹੈ, ਚਲੋ ਹੁਣ ਇੱਥੇ ਕਦੇ ਨਹੀਂ ਆਵਾਂਗਾ। ਤੁਸੀਂ ਜਦ ਦਰਵਾਜ਼ਾ ਖੋਲੋਗੇ ਸੂਰਜ ਅੰਦਰ ਆ ਜਾਏਗਾ।
परमात्मा तुहाडे लई चिंतित है, कुदरत तुहाडे लई चिंतित है होवेगी, क्योंकि कुदरत तुहानू जन्म दिंदी है, कुदरत तुहानू विकसित करदी है, कुदरत नू तुहाडे तो बहुत उम्मीदां हन, कुदरत दियां तुहाडे प्रति बहुत उम्मीदां हन। कुदरत तुहाडे अंदरों चेतन होने की कोशिश कर रही है, कुदरत तुहाडे अंदरों बुੱਤ पाउण की कोशिश कर रही है। परमात्मा तुहाडे अंदर कुछ फुੱਲ उगाउण दे यतन करन लग्या होया है, पर जेकर तुसी देर कर रहे हो तो उस दे नाल वो चिंतित नहीं होएगा, परेशान नहीं होएगा, वो बेपरवाह रहेगा। तुसी उसदी ना सुनोगे, ना सुनोगे तो भटकोगे, होर सब करोगे सिवाए उहदी सुनन तो। वो उस तो पीड़ित परेशान नहीं होएगा कि तुसी क्यों नहीं सुन रहे, क्यों नहीं कुछ कर रहे। जेकर तुसी दोवें गल्लां इकट्ठियां समझ सको तद तुसी समझ सकोगे कि कुदरत अनंत नाल भरी है, परमात्मा आनंद है। नानक कहते हैं, हुक्मी हुक्म चलाए राह देंदा है, हुक्म राह दसदा है, फिर भी नानक बिकसे बेपरवाह। पर फिर भी बेपरवाह है परमात्मा, परम आनंद विच फलदा फुलदा रहिंदा है, उस दा फुੱਲ खिड़िया रहिंदा है। साडे लई औखा है, क्योंकि दो गल्लां सानूं सौखियां दिसदियां हन, जां तां असीं परवाह करदे हां तां चिंता पैदा हुंदी है, जे परवाह छड्ड दईए तां चिंता छुट जांदी है। इस लई तां असीं संसार अते सन्यासी नूं वखरा वखरा कर लैंदे हां, क्योंकि जेकर घर विच रहोगे परवाह करोगे, परवाह करते हुए बेपरवाह किवें होवांगे। पत्नी की फिक्र होएगी, बीमारी होएगी, चिंता फड़ेगी, रात नूं सौ नहीं सकोगे, बच्चा रोगी होएगा तां फिक्र होएगी, चिंता फड़ेगी, इलाज कराउणा पएगा, नहीं ठीक होया तां पीड़ होएगी, तां असीं भज जांदे हां। ना विखाई पैणगे तां पत्नी बच्चे भुल जाणगे, जिहड़ा अखां तो ओले होया वो चित्त तो भी भुल जांदा है। तां असीं पहाड़ां वल भज जांदे हां, जंगलां वल भज जांदे हां, पिੱਠ कर लैंदे हां। हौली हौली भुल जाना हो जाएगी। दो गल्लां सानूं विखाई दिंदियां हन, जेकर असीं संसार विच रहांगे तां परवाह करांगे, परवाह करांगे तां चिंता होएगी, चिंता विच आनंद दा कोई उपाय नहीं है, तां फिर असीं एवें करांगे कि बेपरवाह हो जावांगे, छड्ड के भज जावांगे जंगलां वल, उत्थे चिंता नहीं होएगी तां आनंद की संभावना वधेगी। लेकिन ये परमात्मा दा राह नहीं, इसलिए नानक गृहस्थ बने रहे, सन्यासी भी बने रहे, फिक्र भी करते रहे तो बेफिक्री भी धारते रहे। यही कला है, यही साधना है। तुसी चिंता भी पूरी लैंदे हो, निश्चित बने रहंदे हो, बाहर बाहर सब कुछ करते हो, अंदर कुछ नहीं छूंदा। पुत्र की फिक्र लैंदे हो, पढ़ाउंदे हो, बिगड़ जाए तां, ना पढ़ सके तां, हार जाए तां इस दे नाल चिंता पैदा नहीं हुंदी। जदों तुसी दोहां नूं जोड़ ना दिओ, संसार विच रहिंदे होए सन्यासित ना हो जाओ, तद तक तुसी परमात्मा तक नहीं पहुँच सकोगे, क्योंकि परमात्मा दा ढंग ये है वो संसार विच लुकिया होया है। जिहड़ा उस दा ढंग है छोटी मात्रा विच, उही ढंग तुहाडा होना चाहिए, तद ही तुसी उस तक पुज सकोगे। बच्चा बीमार है तो दवाई दिओ, पूरी चिंता लो, लेकिन चिंतित होने की की जरूरत है। पूरी फिक्र करो, परवाह करो, लेकिन इस दे नाल अंदर बेपरवाही नूं मिटाउण दा की कारण है। बाहर बाहर संसार विच, अंदर अंदर परमात्मा विच प्रभा मंडल छूंदी रहे संसार नूं, केंद्र बनिया रहे अछूता, यही सार है। इसलिए नानक तो बहुत लोग परेशान सी, क्योंकि वो तो गृहस्थ विच सन, कपड़े लित्ते पा लए सन सन्यासियां वांग, लोग समझ ही नहीं सकते सन मामला की है। हिंदू पुछदे सी तुसी गृहस्थी हो कि सन्यासी हो, तुसी गल्लां सन्यासियां वांगू करदे हो, तुहाडा रंग ढंग सन्यासियां वाला है, फिर घर बच्चे पत्नी है क्यों? तुसी मुड़ के घर भी परत जांदे हो, बच्चा भी होया है, पिंड विच मुड़ के तुसी खेतीबाड़ी भी संभालदे हो, तुसी किस तरह दे सन्यासी हो? चेते रहे, ਉਹੀ ਉਹਨਾਂ ਤੋਂ मुसलमान पुछदे सी तुसी किस
ਭੇਸ ਦੇ ਭਖਿਆਰੀ ਹੋ। ਤੁਹਾਡੀ ਫਕੀਰੀ ਕਿਸ ਭੇਸ ਦੀ ਹੈ? ਤੁਸੀਂ ਘਰ ਗ੍ਰਹਿਸਤ ਛੱਡ ਕਿਉਂ ਨਹੀਂ ਦਿੱਤੀ? ਅਨੇਕਾਂ ਥਾਵਾਂ 'ਤੇ ਅਨੇਕਾਂ ਗੁਰੂਆਂ ਨੇ ਉਹਨਾਂ ਨੂੰ ਕਿਹਾ ਤੁਸੀਂ ਸਭ ਕੁਝ ਛੱਡ ਕੇ ਸਾਡੇ ਚੇਲੇ ਬਣ ਜਾਓ, ਛੱਡ ਦਿਓ ਸਾਰਾ ਕੁਝ। ਲੇਕਿਨ ਨਾਨਕ ਨੂੰ ਉਸ ਮਾਮਲੇ ਵਿੱਚ ਕਦੇ ਵੀ ਕੋਈ ਫਰਕ ਨਹੀਂ ਪਿਆ। ਉਹ ਸਾਰਿਆਂ ਦੇ ਵਿਚਕਾਰ ਰਹਿੰਦੇ ਹੋਏ ਸਾਰਿਆਂ ਤੋਂ ਬਾਹਰ ਰਹਿਣ ਦੀ ਕਲਾ ਹੀ ਸਾਧਦੇ ਰਹੇ। ਉਹੀ ਪਰਮਾਤਮਾ ਦਾ ਢੰਗ ਹੈ, ਉਹੀ ਸਾਧਕ ਦਾ ਢੰਗ ਹੋਣਾ ਚਾਹੀਦਾ ਹੈ। ਮੇਰੇ ਕੋਲ ਲੋਕ ਆਉਂਦੇ ਨੇ, ਉਹ ਕਹਿੰਦੇ ਨੇ ਤੁਸੀਂ ਕੀ ਕਰ ਰਹੇ ਹੋ? ਗ੍ਰਹਿਸਤੀਆਂ ਨੂੰ ਸੰਨਿਆਸੀਆਂ ਦੇ ਕੱਪੜੇ ਪਹਿਨਾ ਰਹੇ ਹੋ। ਪਰਮਾਤਮਾ ਦਾ ਇਹੀ ਢੰਗ ਹੈ, ਉਹ ਇਸ ਸੰਸਾਰ ਵਿੱਚ ਹੈ, ਨਹੀਂ ਵੀ ਹੈ ਤੇ ਹੈ ਵੀ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਬਿਕਸੈ ਬੇਪਰਵਾਹ। ਵਿਕਾਸ ਕਰ ਰਿਹਾ ਹੈ, ਆਨੰਦਿਤ ਹੋ ਰਿਹਾ ਹੈ, ਪ੍ਰਫੁੱਲਿਤ ਹੋ ਰਿਹਾ ਹੈ, ਫੁੱਲ ਦੇ ਵਾਂਗ ਖਿੜ ਰਿਹਾ ਹੈ, ਫਿਰ ਵੀ ਕੋਈ ਪਰਵਾਹ ਨਹੀਂ। ਫਿਕਰ ਕਰਦਾ ਹੈ ਤੁਹਾਡੀ, ਪਰ ਚਿੰਤਤ ਨਹੀਂ ਹੈ। ਇਸ ਦੀ ਤੁਸੀਂ ਵੀ ਥੋੜ੍ਹੀ ਵਰਤੋਂ ਕਰੋਗੇ ਤਾਂ ਸਮਝ ਵਿੱਚ ਆ ਜਾਏਗਾ। ਇਸ ਨੂੰ ਥੋੜ੍ਹਾ ਜੀਵਨ ਵਿੱਚ ਵਰਤੋ। ਦੁਕਾਨ ਜਾਓ, ਕੰਮ ਕਰੋ, ਪਰ ਦੂਰ ਵੀ ਬਣੇ ਰਹੋ। ਤੁਹਾਡਾ ਕੰਮ ਤੁਹਾਡੇ ਹੋਣ ਵਿੱਚ ਇੱਕ ਫਾਸਲਾ ਬਣਿਆ ਰਹੇ। ਕੰਮ ਐਕਟਿੰਗ ਹੋ ਜਾਏ, ਨਾਟਕ ਹੋ ਜਾਏ, ਲੀਲਾ ਹੋ ਜਾਏ, ਤੁਸੀਂ ਕਰਤਾ ਨਾ ਰਹੋ। ਬਸ ਸੂਤਰ ਸੱਦ ਗਿਆ, ਤੁਸੀਂ ਅਭਿਨੇਤਾ ਹੋ ਜਾਓ। ਅਭਿਨੈ ਦੀ ਕਲਾ ਤੁਹਾਡੇ ਅੰਦਰ ਸੱਦ ਜਾਏ, ਅਭਿਨੈ ਦੀ ਕਲਾ ਤੁਹਾਡੇ ਜੀਵਨ ਵਿੱਚ ਪੂਰਾ ਸਾਰ ਬਣ ਜਾਏ, ਕਿਉਂਕਿ ਉਹੀ ਪਰਮਾਤਮਾ ਦੇ ਹੋਣ ਦਾ ਢੰਗ ਹੈ, ਉਹੀ ਤੁਹਾਡਾ ਸਾਧਨਾ ਪੱਥ ਹੋ ਜਾਏਗਾ। ਅੱਜ ਇੰਨਾ ਹੀ, ਬਾਕੀ ਕੱਲ੍ਹ ਤੱਕ। ਜੇਕਰ ਤੁਹਾਨੂੰ ਓਸ਼ੋ ਦੇ ਪ੍ਰਵਚਨ ਪਸੰਦ ਆ ਰਹੇ ਨੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ। ਕੁਝ ਗੱਲਾਂ ਦੇ ਸਵਾਲ ਜੋ ਸਮਝ ਨਹੀਂ ਆਉਂਦੇ ਸਾਨੂੰ, ਜਿਨ੍ਹਾਂ ਗੱਲਾਂ 'ਤੇ ਜ਼ਿੰਦਗੀ ਵਿੱਚ ਫਾਰਮੂਲਾ ਨਹੀਂ ਲੱਗਦਾ ਕੋਈ ਵੀ, ਉਹਨਾਂ ਸਵਾਲਾਂ ਦੇ ਜਵਾਬ ਇਸ ਕਥਾ ਵਿੱਚ ਮਿਲਦੇ ਨੇ। ਮੈਨੂੰ ਤਾਂ ਜ਼ਰੂਰ ਮਿਲਦੇ ਨੇ, ਕਿਉਂਕਿ ਆਮ ਜ਼ਿੰਦਗੀ ਦੇ ਵਿੱਚ ਅਕਸਰ ਅਸੀਂ ਉਲਝ ਜਾਂਦੇ ਹਾਂ ਕਿ ਹੁਣ ਕੀ ਕਰੀਏ, ਸਮਝ ਨਹੀਂ ਆਉਂਦਾ ਹੁੰਦਾ। ਕਈ ਵਾਰ ਮੈਂ ਬਹੁਤ ਉਲਝ ਜਾਂਦੀ ਹਾਂ ਕਈ ਵਾਰ, ਪਰ ਮੈਨੂੰ ਜੋ ਕਥਾ ਮੈਂ ਪੜ੍ਹਦੀ ਹਾਂ ਉਹਦੇ ਵਿੱਚ ਜਵਾਬ ਜ਼ਰੂਰ ਮਿਲਿਆ ਹੁੰਦਾ। ਜੇਕਰ ਤੁਹਾਨੂੰ ਵੀ ਜਵਾਬ ਮਿਲਦਾ ਹੈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਸੋ ਧੰਨਵਾਦ ਜੀ, ਕੱਲ੍ਹ ਤੱਕ, ਬਾਏ ਬਾਏ।